ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 30 ਅਕਤੂਬਰ 2013 14 ਕੱਤਕ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ, ਈਮੇਲ ਅਮਨ ਗਿੱਲ ਜੀ ਦੀ ਹੈ। ਇਹਨਾਂ ਨੇ ਖਾਲਿਸਤਾਨ ਦੀ ਭੂਗੋਲਿਕ ਹੱਦਾਂ ਸੰਬੰਧੀ ਵੀਡੀਓ ਤੇ ਟਿੱਪਣੀ ਕੀਤੀ ਹੈ। ਭੂਗੋਲਿਕ ਹੱਦਾਂ ਸੰਬੰਧੀ ਵੀਡੀਓ ਤੇ ਟਿੱਪਣੀ ਕੀਤੀ ਹੈ। ਇਹ ਲਿਖਦੇ ਹਨ, ਹਾਂਜੀ ਡਾਕਟਰ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਉੱਪਰ ਦਿੱਤਾ ਵੀਡੀਓ ਦੇਖਿਆ। ਇੱਕ ਗੱਲ ਦੱਸਿਓ, ਖਾਲਿਸਤਾਨ 'ਚ ਕਿਹੜੀ ਕਿਹੜੀ ਕੌਮ ਦੇ ਬੰਦੇ ਰਹਿਣਗੇ? ਸਿੱਖ, ਮੁਸਲਿਮ, ਹਿੰਦੂ, ਈਸਾਈ। ਆਪਣੇ ਪੰਜਾਬ 'ਚ ਬਹੁਤ ਥਾਵਾਂ ਇੱਦਾਂ ਦੀਆਂ ਹਨ ਜਿੱਥੇ ਮੁਸਲਮਾਨ ਬਹੁਤ ਨੇ, ਜਿਵੇਂ ਪਠਾਨਕੋਟ, ਮਲੇਰਕੋਟਲਾ ਆਦਿ। ਕੁਝ ਥਾਵਾਂ 'ਤੇ ਹਿੰਦੂ ਬਹੁਤ ਨੇ, ਜਿਵੇਂ ਲੁਧਿਆਣਾ, ਅੰਮ੍ਰਿਤਸਰ, ਹੁਸ਼ਿਆਰਪੁਰ ਆਦਿ। ਜੇ ਖਾਲਿਸਤਾਨ ਬਣਦਾ ਹੈ ਤਾਂ ਇਹ ਸਾਰੇ ਕਿੱਥੇ ਜਾਣਗੇ? ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਅਮਨ ਗਿੱਲ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਖਾਲਿਸਤਾਨ ਬਾਉਂਡਰੀਜ਼ ਵਾਲਾ ਜਿਹੜਾ ਵੀਡੀਓ ਕਲਿੱਪ ਆ ਉਹ ਦੇਖਿਆ ਜੀ। ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਈਮੇਲ ਲਿਖੀ ਹੈ। ਉਹਨਾਂ ਦੇ ਈਮੇਲ 'ਚ ਇੱਕੋ ਹੀ ਸਵਾਲ ਹੈ ਕਿ ਉਹਨਾਂ ਦੇ ਕਹਿਣ ਮੁਤਾਬਕ ਪਠਾਨਕੋਟ ਅਤੇ ਮਲੇਰਕੋਟਲੇ 'ਚ ਮੁਸਲਮਾਨ ਬਹੁਤ ਜ਼ਿਆਦਾ ਰਹਿੰਦੇ ਨੇ ਜੀ, ਔਰ ਲੁਧਿਆਣਾ, ਜਲੰਧਰ, ਪਟਿਆਲਾ ਇਹਨਾਂ ਸ਼ਹਿਰਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਜਿੱਥੇ ਹਿੰਦੂ ਬਹੁਤ ਜ਼ਿਆਦਾ ਰਹਿੰਦੇ ਨੇ ਜੀ, ਵੀ ਇਹਨਾਂ ਦਾ ਕੀ ਬਣੇਗਾ। ਜੀ ਜੀ। ਦੇਖੋ, ਪਹਿਲੀ ਗੱਲ ਤਾਂ ਅਸੀਂ ਕਦੇ ਵੀ ਜਦੋਂ ਬਾਉਂਡਰੀਜ਼ ਦਾ ਜ਼ਿਕਰ ਕੀਤਾ ਹੈ ਜੀ ਤੇ ਅਸੀਂ ਕਦੇ ਵੀ ਇਹ ਗੱਲ ਨਹੀਂ ਕਹੀ ਕਿ ਪੰਜਾਬ 'ਚ ਰਹਿਣ ਵਾਲੇ ਜਿਹੜੇ ਹਿੰਦੂ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਜੀ, ਦਲਿਤ ਭਾਈਚਾਰਾ ਹੋਏ, ਬੋਧੀ ਹੋਣ, ਜੈਨੀ ਹੋਣ, ਜਾਂ ਉਹ ਵੀ ਹੋਣ ਜਿਨ੍ਹਾਂ ਦਾ ਕੋਈ ਵੀ ਧਰਮ ਨਹੀਂ ਹੈ, ਜਿਹਨੂੰ ਅਸੀਂ ਨਾਸਤਕ ਕਹਿੰਦੇ ਹਾਂ, ਜੀ, ਕਿ ਉਹਨਾਂ ਦੀ ਖਾਲਿਸਤਾਨ 'ਚ ਥਾਂ ਨਹੀਂ ਹੋਏਗੀ। ਇਹ ਤਾਂ ਕਦੇ ਵੀ ਨਹੀਂ ਕਿਹਾ ਹੈ ਜੀ। ਬਾਕੀ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੇ ਵਿੱਚ ਲਗਭਗ ਜਿੰਨੇ ਮੈਂ ਨਾਂ ਲਏ ਨੇ, ਇਹਨਾਂ ਸਾਰੇ ਹੀ ਤਬਕਿਆਂ ਨਾਲ ਸੰਬੰਧਿਤ ਲੋਕ ਰਹਿੰਦੇ ਨੇ ਜੀ। ਇਹ ਵੱਖਰੀ ਗੱਲ ਹੈ ਕਿ ਸਾਡੇ ਪੰਜਾਬ ਦੇ ਹਿੰਦੂ ਭੈਣ ਭਰਾ ਉਹ ਆਪਣੀ ਆਬਾਦੀ ਬਹੁਤ ਵਧਾ ਚੜ੍ਹਾ ਕੇ ਦੱਸਦੇ ਰਹੇ ਨੇ। ਉਹ ਹੁਣ ਹਕੀਕਤ ਸਾਹਮਣੇ ਆਉਂਦੀ ਹੈ ਜੀ ਵੀ ਇਹਨਾਂ ਦੀ ਗਿਣਤੀ ਪੰਜਾਬ ਦੇ ਵਿੱਚ ਜਿਹੜੀ ਆਬਾਦੀ ਵਾਈਜ਼ ਉਹ 13-14% ਤੋਂ ਜ਼ਿਆਦਾ ਨਹੀਂ ਜੀ। ਇਹਨਾਂ ਦਾ ਜਦੋਂ ਪੰਜਾਬ ਡਿਵਾਈਡ ਕਰ ਦਿੱਤਾ ਇਹਨਾਂ ਨੇ 3 ਹਿੱਸਿਆਂ 'ਚ ਰੀਆਰਗਨਾਈਜ਼ ਦੇ ਨਾਂ ਥੱਲੇ, ਜੀ, ਤੇ ਉਦੋਂ ਇਹ ਕਹਿੰਦੇ ਹੁੰਦੇ ਸਨ ਜੀ ਸਾਡੀ ਤਾਂ ਪੰਜਾਬ ਦੇ ਵਿੱਚ 48%, 52% ਸਿੱਖ ਨੇ, 48% ਹਿੰਦੂ ਨੇ। ਜੀ ਜੀ। ਔਰ ਇਸ ਝੂਠ ਦੀ ਬਿਨਾਹ ਦੇ ਉੱਤੇ ਉਹ ਇਹ ਚਾਹੁੰਦੇ ਸਨ ਕਿ ਪੰਜਾਬ ਨੂੰ ਪੰਜਾਬੀ ਭਾਸ਼ੀ ਰਾਜ ਨਾ ਐਲਾਨਿਆ ਜਾਏ ਜੀ, ਕਿ ਇਹਦੀ ਇੱਕੋ ਇੱਕ ਸਟੇਟ ਲੈਂਗੁਏਜ ਪੰਜਾਬੀ ਹੈ। ਉਹ ਕਹਿੰਦੇ ਸੀ ਇਹ ਦੁਈ ਭਾਸ਼ੀ ਹੈ, ਇਹ ਬਾਈਲਿੰਗੁਅਲ ਹੈ, 2 ਜ਼ਬਾਨਾਂ ਨੇ ਇੱਥੇ ਜੀ, ਔਰ ਇਹਨੂੰ 2 ਜ਼ਬਾਨਾਂ ਜਿਹੜੀਆਂ ਨੇ ਉਹ ਰਾਜ ਭਾਸ਼ਾ ਐਲਾਨੀਆਂ ਜਾਣ। ਜੀ ਜੀ। ਇਹ ਕ੍ਰੈਡਿਟ ਲਛਮਣ ਸਿੰਘ ਗਿੱਲ ਨੂੰ ਜਾਂਦਾ ਹੈ, ਮੁੱਖ ਮੰਤਰੀ ਜਿਹੜਾ ਭਾਵੇਂ 10 ਕੁ ਮਹੀਨੇ ਰਿਹਾ, ਪਰ ਉਸ ਨੇ ਬੜੇ ਧੜੱਲੇ ਦੇ ਨਾਲ ਔਰ ਕਾਂਗਰਸ ਦੀ ਮਦਦ ਦੇ ਨਾਲ, ਕਿਉਂਕਿ ਕਾਂਗਰਸ ਹਰ ਹਾਲਤ 'ਚ ਅਕਾਲੀਆਂ ਦੀ ਸਰਕਾਰ ਤੋੜਨਾ ਚਾਹੁੰਦੀ ਸੀ, ਜਸਟਿਸ ਗੁਰਨਾਮ ਸਿੰਘ ਦੀ, ਜੀ, ਤੇ ਗਿੱਲ ਨੇ ਉਸ ਕਾਂਗਰਸ ਦੀ ਕਮਜ਼ੋਰੀ ਦਾ ਫਾਇਦਾ ਉਠਾਇਆ ਔਰ ਇਹ ਜਿਹੜਾ ਪੰਜਾਬ ਦੇ ਵਿੱਚ ਪੰਜਾਬੀ ਨੂੰ ਰਾਜ ਭਾਸ਼ਾ ਬਣਾਉਣ ਵਾਲਾ ਬਿੱਲ ਜਿਹੜਾ ਉਹ ਪਾਸ ਕਰਵਾਇਆ। ਜੀ। ਜਦੋਂ ਇਹ ਬਿੱਲ ਪਾਸ ਹੋ ਗਿਆ ਉਸ ਤੋਂ ਬਾਅਦ ਜ਼ਾਹਰ ਹੈ ਵੀ ਦੂਜਾ ਐਕਸ਼ਨ ਜਿਹੜਾ ਸ਼ਾਇਦ ਉਸੇ ਸਰਕਾਰ ਵੇਲੇ ਜਾਂ ਬਾਅਦ ਦੀ ਅਕਾਲੀ ਸਰਕਾਰ ਨੇ ਲਿਆ, ਜਿਸ ਮੁੱਦੇ ਦੇ ਉੱਤੇ ਜਿਹੜੀ ਹੈ ਬਾਅਦ ਦੇ ਵਿੱਚ ਸਰਕਾਰ ਵੀ ਟੁੱਟੀ ਜਸਟਿਸ ਗੁਰਨਾਮ ਸਿੰਘ ਦੀ, ਜੀ, ਗੁਰੂ ਨਾਨਕ ਯੂਨੀਵਰਸਿਟੀ, ਕਿਉਂਕਿ 1969 ਦੇ ਵਿੱਚ 500 ਸਾਲਾ ਪ੍ਰਕਾਸ਼ ਪੁਰਬ ਸੀ ਗੁਰੂ ਨਾਨਕ ਸਾਹਿਬ ਦਾ, ਜੀ, ਔਰ ਗੁਰੂ ਨਾਨਕ ਯੂਨੀਵਰਸਿਟੀ ਬਣਾਉਣ ਦਾ ਫੈਸਲਾ ਜਿਹੜਾ ਹੈ ਅਕਾਲੀ ਸਰਕਾਰ ਨੇ ਲਿਆ। ਇਹਨਾਂ ਨੇ ਫੌਰਨ ਇਹ ਮੰਗ ਖੜੀ ਕਰ ਦਿੱਤੀ ਕਿ ਜੀ ਜੇ ਗੁਰੂ ਨਾਨਕ ਯੂਨੀਵਰਸਿਟੀ ਬਣਾਉਣੀ ਹੈ ਅੰਮ੍ਰਿਤਸਰ ਦੇ ਵਿੱਚ ਤੇ ਜਲੰਧਰ ਦੇ ਵਿੱਚ ਦਿਆਨੰਦ ਸਵਾਮੀ ਦਿਆਨੰਦ ਯੂਨੀਵਰਸਿਟੀ ਵੀ ਬਣਾਈ ਜਾਏ। ਜੀ। ਉਸ ਵੇਲੇ ਐਜੂਕੇਸ਼ਨ ਮਿਨਿਸਟਰ ਸੁਖਜਿੰਦਰ ਸਿੰਘ ਸੀ, ਜਿਹੜਾ ਅੱਜ ਬੜਾ ਵੋਕਲ ਕਾਂਗਰਸ ਦਾ ਸਪੋਕਸਮੈਨ ਹੈ। ਸੁਖਪਾਲ ਸਿੰਘ ਖਹਿਰਾ ਇਹਨਾਂ ਦਾ ਪਿਤਾ ਜੀ, ਸੁਖਜਿੰਦਰ ਸਿੰਘ। ਸੋ ਉਹਨੇ ਜਵਾਬੀ ਬਿਆਨ ਦਿੱਤਾ। ਉਹਨਾਂ ਨੇ ਕਿਹਾ ਜੀ ਦਿਆਨੰਦ ਤਾਂ ਗੁਜਰਾਤ ਦੇ ਵਿੱਚ ਜੰਮਿਆ ਸੀ, ਜੀ, ਜੇ ਯੂਨੀਵਰਸਿਟੀ ਬਣਨੀ ਹੈ ਤਾਂ ਗੁਜਰਾਤ 'ਚ ਬਣੇ। ਚਲੋ ਖੈਰ, ਯੂਨੀਵਰਸਿਟੀ ਬਣਾਉਣ ਦਾ ਜਦੋਂ ਬਿੱਲ ਪੇਸ਼ ਹੋਇਆ
ਤੇ ਜਨਸੰਘ ਜਿਹੜਾ ਉਦੋਂ ਹੁੰਦਾ ਸੀ, ਅਜੇ ਬੀਜੇਪੀ ਨਹੀਂ ਸੀ, ਉਹਨਾਂ ਨੇ ਹਮਾਇਤ ਵਾਪਸ ਲੈ ਲਈ ਜੀ। ਔਰ ਨਾਲ ਹੀ ਫਿਰ ਉਹਨਾਂ ਨੇ ਕਿੰਨੀ ਦੇਰ ਈਵਨ ਅਦਾਲਤੀ ਲੜਾਈ ਵੀ ਲੜੀ, ਕਿਉਂਕਿ ਯੂਨੀਵਰਸਿਟੀ ਜਦੋਂ ਬਣੀ ਤਾਂ ਉਹਦੇ ਨਾਲ ਕੁਝ ਜ਼ਿਲ੍ਹੇ ਜਿਹੜੇ ਨੇ ਉਹ ਤੋੜ ਕੇ ਜਿਹੜੇ ਪੰਜਾਬ ਯੂਨੀਵਰਸਿਟੀ ਨਾਲ ਸੀ ਉਹਨਾਂ ਦੇ ਵਿਦਿਆਰਥੀਆਂ ਨੂੰ ਇੱਧਰ ਲਾਇਆ ਜਾਣਾ ਸੀ। ਸੋ ਇਹਨਾਂ ਦਾ ਹੈੱਡਕੁਆਟਰ ਜਲੰਧਰ ਜਿਹੜਾ ਉਹ ਪੰਜਾਬ 'ਚ ਨਹੀਂ ਸੀ ਰਹਿੰਦਾ, ਉਹ ਤਾਂ ਗੁਰੂ ਨਾਨਕ ਯੂਨੀਵਰਸਿਟੀ ਨਾਲ ਇਹਨਾਂ ਦੇ ਕਾਲਜ ਐਫੀਲੀਏਟ ਹੋਣੇ ਸੀ। ਸੋ ਇਹਨਾਂ ਨੇ ਉਦੋਂ ਵੀ ਰੈਜ਼ਿਸਟ ਕੀਤਾ, ਅਦਾਲਤ 'ਚ ਲੈ ਗਏ ਔਰ ਬੜੀ ਲੰਬੀ ਲੜਾਈ ਲੜੀ। ਅਖੀਰ ਇਹਨਾਂ ਨੂੰ ਇਹ ਗੱਲ ਮੰਨਣੀ ਪਈ ਹੈ। ਵੱਖਰੀ ਗੱਲ ਹੈ ਵੀ ਹੁਣ ਪੰਜਾਬ 'ਚ ਪ੍ਰਾਈਵੇਟ ਯੂਨੀਵਰਸਿਟੀਆਂ, ਲਵਲੀ ਯੂਨੀਵਰਸਿਟੀ ਬਣ ਗਈ, ਹੁਣ ਇਹ ਦਿਆਨੰਦ ਯੂਨੀਵਰਸਿਟੀ ਜਲੰਧਰ 'ਚ ਇਹਨਾਂ ਦਾ ਆਪਣਾ, ਇਹਨਾਂ ਕੋਲ ਪਹਿਲਾਂ ਹੀ ਲੰਬਾ ਚੌੜਾ ਕੰਪਲੈਕਸ ਸੀ ਜੀ। ਸੋ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਹਾਂ ਕਿ ਇਹਨਾਂ ਨੇ ਪਹਿਲਾਂ ਆਪਣਾ 48% ਦਾ ਵੀ ਇੱਕ ਬੜਾ ਵੱਡਾ ਜਿਹੜਾ ਫਾਰਸ ਝੂਠ ਖੜਾ ਕੀਤਾ ਹੋਇਆ ਸੀ ਜੀ। ਹੁਣ ਜ਼ਾਹਰ ਹੈ ਕਿ ਓਵਰਆਲ ਪੰਜਾਬ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਸਭ ਤੋਂ ਜ਼ਿਆਦਾ ਸਾਈਜ਼ੇਬਲ ਸੈਕਸ਼ਨ ਹੈ ਔਰ ਸਾਡੇ ਸਿੱਖ ਬੁੱਧੀਜੀਵੀਆਂ ਨੂੰ, ਸਿੱਖ ਰਾਜਸੀ ਨੇਤਾਵਾਂ ਨੂੰ, ਸਿੱਖ ਚਿੰਤਕਾਂ ਨੂੰ ਜੀ, ਸਿੱਖ ਧਾਰਮਿਕ ਪ੍ਰਚਾਰਕਾਂ ਨੂੰ ਇਸ ਪਾਸੇ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਪੰਜਾਬ ਦੇ ਵਿੱਚ 33-34% ਜਿਹੜੀ ਆਬਾਦੀ ਹੈ ਉਹ ਸਾਡੇ ਦਲਿਤ ਭਾਈਚਾਰੇ ਦੀ ਹੈ ਜੀ। ਇਹੀ ਕਾਰਨ ਹੈ ਵੀ ਇਹਨਾਂ ਦੀਆਂ ਜਿਹੜੀ ਰਿਜ਼ਰਵੇਸ਼ਨ ਸੀ ਪੰਜਾਬ ਦੇ ਵਿੱਚ, ਅੱਗੇ ਪਾਰਲੀਮੈਂਟ ਦੀਆਂ 13 ਪੰਜਾਬ 'ਚੋਂ ਸੀਟਾਂ ਨਿਕਲਦੀਆਂ ਨੇ ਤੇ 3 ਸੀਟਾਂ ਰਿਜ਼ਰਵ ਹੁੰਦੀਆਂ ਸੀ, ਹੁਣ ਇਹ 4 ਰਿਜ਼ਰਵ ਨੇ ਜੀ, ਕਿਉਂਕਿ ਆਬਾਦੀ ਵਧੀ ਹੈ ਪਿਛਲੇ ਸੈਂਸਸ 'ਚ ਵੀ ਜੀ। ਇਸੇ ਤਰ੍ਹਾਂ ਜੇ ਮੈਂ ਗਲਤ ਨਾ ਹੋਵਾਂ ਤੇ 117 ਮੈਂਬਰ ਨੇ ਅਸੈਂਬਲੀ ਦੇ, ਪੰਜਾਬ ਅਸੈਂਬਲੀ ਦੇ, ਉਹਦੇ ਚੋਂ 29 ਜਿਹੜੇ ਨੇ ਉਹ ਰਿਜ਼ਰਵ ਸੀਟਾਂ ਸਨ, ਹੁਣ ਉਹ ਲਗਭਗ 33 ਜਾਂ 34 ਰਿਜ਼ਰਵ ਸੀਟਾਂ ਨੇ ਜੀ। ਇਸ ਤੋਂ ਇਲਾਵਾ ਮੁਸਲਮਾਨ ਆਬਾਦੀ ਪੰਜਾਬ ਦੇ ਵਿੱਚ ਇੱਕ ਵੇਲਾ ਸੀ ਕਿ ਸਿਰਫ ਮਲੇਰਕੋਟਲੇ ਤੱਕ ਹੀ ਮਹਿਦੂਦ ਸੀ। ਇਹ ਵੀ ਇੱਕ ਬੜੀ ਦੁੱਖ ਭਰੀ ਕਹਾਣੀ ਹੈ ਕਿ ਦੋਨੋਂ ਸਾਈਡ ਦੇ ਉੱਤੇ, ਚੜ੍ਹਦੇ ਪੰਜਾਬ 'ਚ ਵੀ ਔਰ ਲਹਿੰਦੇ ਪੰਜਾਬ 'ਚ ਵੀ, ਅਸੀਂ ਵਹਿਸ਼ੀਆਨਾ ਤਰੀਕੇ ਦੇ ਨਾਲ ਉਹਨਾਂ ਨੇ ਪੱਛਮੀ ਪੰਜਾਬ 'ਚੋਂ ਸਿੱਖਾਂ ਹਿੰਦੂਆਂ ਨੂੰ ਕੱਢਿਆ, ਐਥਨਿਕ ਕਲੀਨਜ਼ਿੰਗ ਕੀਤੀ ਜੀ, ਔਰ ਅਸੀਂ ਇਸ ਪਾਸੇ ਐਥਨਿਕ ਕਲੀਨਜ਼ਿੰਗ ਕੀਤੀ ਮੁਸਲਮਾਨਾਂ ਦੀ। ਇਹਦੇ 'ਚ ਸਿਰਫ ਮਲੇਰਕੋਟਲਾ ਵਿਚਲੇ ਨਵਾਬ ਉਦੋਂ ਬਚ ਗਏ, ਨਵਾਬ ਦੀ ਰਿਆਇਆ ਬਚ ਗਈ 1947 'ਚ, ਕਿਉਂਕਿ ਸਾਨੂੰ ਇਤਿਹਾਸਕ ਵਾਕਿਆ ਯਾਦ ਸੀ ਕਿ ਨਵਾਬ ਮਲੇਰਕੋਟਲੇ ਨੇ ਹਾਂ ਦਾ ਨਾਅਰਾ ਮਾਰਿਆ ਸੀ ਛੋਟੇ ਸਾਹਿਬਜ਼ਾਦਿਆਂ ਦੇ ਲਈ ਸਰਹੰਦ ਦੀ ਕਚਹਿਰੀ 'ਚ ਜੀ। ਪਰ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਮੁਸਲਮਾਨ ਆਬਾਦੀ ਪੰਜਾਬ ਦੇ ਵਿੱਚ ਕਾਫੀ ਵਧੀ ਹੈ ਜੀ। ਉਹਦਾ ਕਾਰਨ ਕਿ ਪੰਜਾਬ ਦੇ ਵਿੱਚ ਜਿਹੜੀ ਲੇਬਰ ਯੂਪੀ ਔਰ ਬਿਹਾਰ ਤੋਂ ਆ ਰਹੀ ਹੈ, ਉਸ ਦੇ ਵਿੱਚ ਰਫਲੀ, ਜ਼ਿਆਦਾ ਨਹੀਂ, ਉੱਥੇ ਕਿਹੜੀ ਕਿਸੇ ਨੇ ਸੈਂਸਸ ਕਰਾਈ ਹੈ ਜੀ ਜੀ, ਉਹਦੇ 'ਚ 25-30% ਦੇ ਕਰੀਬ ਸਾਡੇ ਮੁਸਲਮਾਨ ਜਿਹੜੇ ਨੇ ਭਰਾ ਵੀ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਆਉਂਦੇ ਨੇ। ਸੋ ਮੈਂ ਸਮਝਦਾ ਹਾਂ ਵੀ 47 ਜਾਂ ਉਸ ਤੋਂ ਪਹਿਲਾਂ, ਕਿਉਂਕਿ ਪੰਜਾਬ ਦੀ ਡਾਇਨਾਮਿਕਸ ਜਾਂ ਜਿਹੜੀ ਓਵਰਆਲ ਆਬਾਦੀ ਦਾ ਡੈਮੋਗ੍ਰਾਫਿਕ ਇਸ ਕਿਸਮ ਦੀ ਸੀ ਕਿ ਉਹਦੇ 'ਚ ਇੱਕ ਦੂਸਰੇ ਲਈ ਖਤਰੇ ਵਾਲੀ ਗੱਲ ਸੀ। ਸਿੱਖ ਬਹੁਤ ਥੋੜ੍ਹੀ ਸੀ ਆਬਾਦੀ, 55% ਮੁਸਲਮਾਨਾਂ ਦੀ ਆਬਾਦੀ ਸੀ, ਸੋ ਸਿੱਖ ਉਸ ਗਲਬੇ ਤੋਂ ਡਰਦੇ ਸੀ ਕਿ ਮੈਜੋਰਿਟੀ ਦਾ ਗਲਬਾ ਨਾ ਹੋਏ। ਹੁਣ ਜੇ ਮੁਸਲਮਾਨ ਮਲੇਰਕੋਟਲੇ ਤੋਂ ਇਲਾਵਾ ਪੰਜਾਬ ਦੀਆਂ ਹੋਰ ਥਾਵਾਂ 'ਤੇ ਵੀ ਆ ਕੇ ਕੰਮ ਕਰਦੇ ਨੇ ਜਾਂ ਜਿਹੜੀਆਂ ਮਸੀਤਾਂ ਬੰਦ ਸੀ ਉਹ ਖੁੱਲ੍ਹੀਆਂ ਨੇ, ਤਾਂ ਮੇਰਾ ਖਿਆਲ ਹੈ ਕਿ ਇਸ ਨਾਲ ਸਗੋਂ ਸਿੱਖਾਂ ਦਾ, ਜਿੱਥੇ ਇੱਕ ਪਾਸੇ ਅਸੀਂ ਪਾਕਿਸਤਾਨ ਦੇ ਨਾਲ ਇੱਕ ਚੰਗੇ ਨੇਬਰ ਵਾਲੇ ਤਾਲੁਕਾਤ ਲਈ ਅੱਗੇ ਵੱਧ ਰਹੇ ਹਾਂ ਜੀ, ਉਹ ਮੁਸਲਮਾਨ ਜਿਹੜੇ ਪੰਜਾਬ 'ਚ ਜੇ ਉਹਨਾਂ 'ਚੋਂ ਕੁਛ ਵਸ ਵੀ ਜਾਂਦੇ ਨੇ, ਉਹ ਤਾਂ ਅਦਰਵਾਈਜ਼ ਤਾਂ ਬਹੁਤੇ ਕੰਮ ਕਰਕੇ ਚਲੇ ਜਾਂਦੇ ਨੇ, ਤੇ ਉਹ ਸਿੱਖਾਂ ਦੇ ਹੀ ਨੇੜੇ ਹੋਣਗੇ। ਉਹ ਕਦੇ ਵੀ ਸਿੱਖ ਹਿੱਤਾਂ ਦੇ ਵਿਰੁੱਧ ਜਾ ਕੇ ਦੂਸਰੇ ਦਰਬਾਰ ਦੇ ਨਹੀਂ ਭੁਗਤਣਗੇ, ਕਿਉਂਕਿ ਉਹ ਵੀ ਘੱਟ ਗਿਣਤੀ ਨੇ ਔਰ ਉਹਨਾਂ ਦਾ ਮਹਿਫੂਜ਼ ਹੋਣਾ ਵੀ ਪੰਜਾਬ 'ਚੋਂ ਸਿੱਖਾਂ ਦੇ ਸ਼ੈਲਟਰ ਥੱਲੇ ਆਪਣੇ ਆਪ ਨੂੰ ਜ਼ਿਆਦਾ ਮਹਿਫੂਜ਼ ਵੀ ਮਹਿਸੂਸ ਕਰਨਗੇ, ਕਿਉਂਕਿ ਹਿੰਦੂਆਂ ਦਾ ਤਾਂ ਜਿਸ ਕਿਸਮ ਦਾ ਵਰਤਾਰਾ 2002 'ਚ ਨਰਿੰਦਰ ਮੋਦੀ ਨੇ ਯੂਪੀ 'ਚ ਕੀਤਾ ਔਰ ਪਿਛਲੇ 66 ਸਾਲ ਤੋਂ ਉਹਨਾਂ ਦੇ ਖਿਲਾਫ ਲਗਾਤਾਰਤਾ ਨਾਲ ਹਿੰਸਾ ਹੋ ਰਹੀ ਹੈ ਜੀ। ਲੇਕਿਨ ਜਿਹੜੀ ਉਹਨਾਂ ਦੀ ਗੱਲ ਦਾ ਜਿਸਟ ਸੀ ਕਿ ਵੀ ਇਹ ਕਿੱਧਰ ਜਾਣਗੇ, ਇਹ ਭਾਈ ਅਮਨ ਗਿੱਲ ਜੀ ਪੰਜਾਬ ਦੇ ਵਿੱਚ ਹੀ ਰਹਿਣਗੇ ਔਰ ਇਹਨਾਂ ਨੂੰ ਬਰਾਬਰ ਦਾ ਖਾਲਿਸਤਾਨ ਦੇ ਸ਼ਹਿਰੀ ਹੋਣ ਦਾ ਹੱਕ ਹਾਸਲ ਹੋਏਗਾ। ਇਹ ਉਸੇ ਤਰ੍ਹਾਂ ਹੀ ਖਾਲਿਸਤਾਨ ਦੇ ਸਿਸਟਮ 'ਚ ਰਹਿੰਦੇ ਆ, ਪਰਸੂਟ ਆਫ ਹੈਪੀਨੈਸ, ਆਪਣੀ ਖੁਸ਼ੀ ਦਾ ਜਿਹੜਾ ਨਿਸ਼ਾਨਾ ਉਹਨੂੰ ਹਾਸਲ ਕਰ ਸਕਣਗੇ। ਪਰ ਇਹਨਾਂ ਦੀ ਲਾਇਲਟੀ ਜਿਹੜੀ ਹੈ
ਇਹਨਾਂ ਦੀ ਜਿਹਨੂੰ ਜਿਸ ਨੂੰ ਵਫਾਦਾਰੀ ਕਹਿੰਦੇ ਨੇ ਜੀ, ਉਹ ਖਾਲਿਸਤਾਨ ਦੀ ਸਟੇਟ ਨਾਲ ਹੋਣੀ ਬੜੀ ਜ਼ਰੂਰੀ ਹੈ। ਹੁਣ ਇਹ ਨਹੀਂ ਹੋਏਗਾ ਕਿ ਪੰਜਾਬ ਦੇ ਵਿੱਚ ਬੈਠ ਕੇ ਤੁਸੀਂ ਬੋਲੀ ਆਪਣੀ ਹਿੰਦੀ ਲਿਖਾਓ ਜੀ, ਖਾਓ ਪੰਜਾਬ ਦਾ ਅੰਜਲ ਤੇ ਵਫਾ ਜਿਹੜਾ ਦਿੱਲੀ ਦੇ ਹਾਕਮਾਂ ਨਾਲ ਪਾਲੋ। ਸੋ ਇਹ ਜ਼ਰੂਰ ਉਹਨਾਂ ਨੂੰ ਜਿਹੜਾ ਆਪਣਾ ਦੇਖਣਾ ਹੋਏਗਾ। ਲੇਕਿਨ ਇਹ ਵੀ ਔਰ ਇਹਨਾਂ ਤੋਂ ਇਲਾਵਾ ਵੀ ਜਿਹੜੇ ਵੀ ਖਾਲਿਸਤਾਨ ਦੇ ਵਿੱਚ ਵਸਣਾ ਚਾਹਣਗੇ ਉਹਨਾਂ ਦੇ ਲਈ ਇਹ ਮੁਬਾਰਕ ਧਰਤੀ ਹੋਏਗੀ। ਜੀ, ਸਾਡੀ ਅਗਲੀ ਈਮੇਲ ਵੀਰ ਕੁਲਦੀਪ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਇਹ ਵੀਡੀਓ ਦੇਖ ਕੇ ਮਜ਼ਾ ਆ ਗਿਆ। ਇੰਦਰਾ ਗਾਂਧੀ ਦਾ ਭਾਸ਼ਣ ਸੁਣ ਕੇ ਪਤਾ ਲੱਗਦਾ ਹੈ ਕਿ ਉਹ ਸਿੱਖਾਂ ਤੋਂ ਕਿੰਨੀ ਕੁ ਡਰੀ ਹੋਈ ਸੀ। ਉਸ ਨੂੰ ਉਸ ਦੀ ਮੌਤ ਸਾਹਮਣੇ ਹੀ ਦਿਸ ਰਹੀ ਸੀ। ਸਾਡਾ ਕੇਸਰੀ ਸਲਾਮ ਹੈ ਉਹਨਾਂ ਸੂਰਮੇ ਸਿੰਘਾਂ ਨੂੰ ਜਿਨ੍ਹਾਂ ਨੇ ਸਿੱਖਾਂ ਤੇ ਕੀਤੇ ਜ਼ੁਲਮਾਂ ਦਾ ਬਦਲਾ ਲਿਆ। ਜੀ ਡਾਕਟਰ ਸਾਹਿਬ। ਵੀਰ ਕੁਲਦੀਪ ਸਿੰਘ ਇੰਗਲੈਂਡ ਤੋਂ ਇਹਨਾਂ ਨੇ ਲਿਖਿਆ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿਹੜੀ ਵੀਡੀਓ ਇਹਨਾਂ ਨੇ ਭੇਜੀ ਹੈ ਇੱਕ ਇੰਡੀਅਨ ਟੀਵੀ ਚੈਨਲ ਦੇ ਉੱਤੇ 31 ਗੋਲੀਆਂ ਇਸ ਹਵਾਲੇ ਦੇ ਨਾਲ ਉਹਨਾਂ ਨੇ ਉਸ ਸਾਰੀ ਸਟੋਰੀ ਨੂੰ ਰੀਵਿਜ਼ਿਟ ਕੀਤਾ ਜੀ, ਕਿ ਇੰਦਰਾ ਗਾਂਧੀ ਨਿਕਲੀ ਕਿਵੇਂ। ਜਿਹੜਾ ਮਿਸਟਰ ਸ਼ਾਇਦ ਪੀਟਰ ਜਾਂ ਕੋਈ ਉਹਦਾ ਨਾਂ ਹੈ, ਬੜਾ ਪ੍ਰਸਿੱਧ ਫਿਲਮ ਮੇਕਰ ਹੈ, ਉਹਨੇ ਇੰਟਰਵਿਊ ਦੇਣਾ ਸੀ, ਕਿਵੇਂ ਬੇਅੰਤ ਸਿੰਘ ਸਾਹਮਣੇ ਉਹਦੀ ਆਇਆ ਜੀ, ਔਰ ਉਹਨੇ ਪਹਿਲਾਂ 3 ਗੋਲੀਆਂ ਚਲਾਈਆਂ, ਫਿਰ ਉਹਨਾਂ ਦੇ ਕਹਿਣ ਮੁਤਾਬਕ 28 ਗੋਲੀਆਂ ਸਤਵੰਤ ਸਿੰਘ ਨੇ ਆਪਣੀ ਕਾਰਬਾਈਨ 'ਚੋਂ ਦਾਗੀਆਂ ਤੇ ਉਹਨਾਂ ਨੇ ਕਿਹਾ ਵੀ 31 ਅਕਤੂਬਰ ਔਰ 31 ਗੋਲੀਆਂ ਜੀ। ਸੋ ਉਹਦੇ ਤੋਂ ਪਹਿਲਾਂ ਇੰਦਰਾ ਗਾਂਧੀ ਉੜੀਸਾ ਦੇ ਵਿੱਚ ਲਗਭਗ ਸ਼ਾਇਦ 22 ਘੰਟੇ ਪਹਿਲਾਂ ਉਹਨੇ ਉੜੀਸਾ ਦੀ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ ਜੀ, ਔਰ ਉਸ ਨੂੰ ਉਹਨਾਂ ਨੇ ਉਹਦੀ ਸਪੀਚ ਦੇ ਓਰੀਜਨਲ ਪਾਰਟ ਨੂੰ ਦਿਖਾਇਆ। ਸੋ ਉਹਦੇ 'ਚ ਵੀ ਉਹ ਬੜੀ ਖੌਫਜ਼ਦਾ ਹੈ, ਮੌਤ ਦੀ ਗੱਲ ਕਰ ਰਹੀ ਹੈ, ਖੂਨ ਦੀ ਗੱਲ ਕਰ ਰਹੀ ਹੈ ਔਰ ਮੈਂ ਜੇ ਮੈਨੂੰ ਕੁਝ ਹੁੰਦਾ ਮੈਂ ਬੜੀ ਸੇਵਾ ਕੀਤੀ ਹੈ, ਮੇਰੀ ਸੇਵਾ ਦੇ ਵਿੱਚ ਹੀ ਮੇਰੀ ਇਹ ਜਾਨ ਜਾਏ। ਜੀ, ਸੋ ਜ਼ਾਹਰ ਹੈ ਜਿਹੜੀ ਗੱਲ ਵੀਰ ਜੀ ਨੇ ਕਹੀ ਹੈ ਕਿ ਵੀ ਇਸ ਨੂੰ ਦੇਖ ਕੇ ਮਜ਼ਾ ਆਇਆ। ਸੋ ਉਹ ਇਹੀ ਹੈ ਕਿ ਵੀ ਜਿਵੇਂ ਬਾਈਬਲ ਆਧਾਰਿਤ ਸੇਇੰਗ ਹੈ ਕਿ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਜੀ, ਸਿਨ ਕਿਲਸ ਦਾ ਸਿਨਰ। ਇਹ ਤਾਂ ਅਸੀਂ ਪਾਪੀ ਕੇ ਮਾਰਨੇ ਕੋ ਆਪਣੀ ਪੰਜਾਬੀ 'ਚ ਬਣਾਇਆ। ਜੀ, ਸੋ ਕਹਿੰਦੇ ਨੇ ਸਿਨ ਕਿਲਸ ਦਾ ਸਿਨਰ, ਕਿ ਪਾਪ ਹੀ ਉਹਨੂੰ ਮਾਰਦਾ। ਜੀ, ਸੋ ਜ਼ਾਹਰ ਹੈ ਕਿ ਜੋ ਕੰਮ ਉਹਨੇ ਜੂਨ 84 ਦੇ ਘੱਲੂਘਾਰੇ ਦੇ ਨਾਂ ਥੱਲੇ ਸਿੱਖਾਂ ਦੀ ਨਸਲਕੁਸ਼ੀ ਦਾ ਕੀਤਾ, ਹਜ਼ਾਰਾਂ ਬੇਗੁਨਾਹ ਜਿਨ੍ਹਾਂ ਦੇ ਵਿੱਚ ਬਜ਼ੁਰਗ ਵੀ, ਬੀਬੀਆਂ ਵੀ, ਛੋਟੇ ਛੋਟੇ ਬੱਚੇ, ਜਿਹੜੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ ਗੁਰਦੁਆਰਾ ਸਾਹਿਬ, ਹਰਿਮੰਦਰ ਸਾਹਿਬ ਔਰ 37 ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਇਕੱਠੇ ਹੋਏ ਸਨ, ਜੀ, ਉਹਨਾਂ ਨੂੰ ਟੈਂਕਾਂ ਤੋਪਾਂ ਦੇ ਨਾਲ ਮੌਤ ਦੇ ਘਾਟ ਉਤਾਰਨਾ ਔਰ ਇੰਨਾ ਵੱਡਾ ਖੂਨੀ ਕਾਂਡ ਕਰਨ ਤੋਂ ਬਾਅਦ ਜਿਹੜਾ ਕੋਈ ਚੈਨ ਦੀ ਨੀਂਦ ਸੌ ਨਹੀਂ ਸਕਦਾ। ਜੀ, ਔਰ ਕੋਈ ਜੇ ਇਹ ਸਮਝਦਾ ਵੀ ਸਿੱਖ ਮੁਆਫ ਕਰ ਦੇਣਗੇ ਜਾਂ ਭੁੱਲ ਜਾਣਗੇ ਤਾਂ ਇਹ ਫਿਰ ਮੇਰਾ ਖਿਆਲ ਹੈ ਵੀ ਇਹ ਗੱਲ ਉਹਦੀ ਮਾਈਕਲ ਐਡਵਾਇਰ ਜਿਹਨੂੰ 21 ਸਾਲ ਬਾਅਦ ਸ਼ਹੀਦ ਊਧਮ ਸਿੰਘ ਨੇ ਇੰਗਲੈਂਡ 'ਚ ਜਾ ਕੇ ਮਾਰਿਆ ਸੀ, ਜੀ, ਜਦੋਂ ਇਹ ਮੀਡੀਆ ਚੱਲ ਰਿਹਾ ਸੀ ਕਿ ਉਹ ਕੰਟੈਂਪਲੇਟ ਕਰ ਰਹੀ ਹੈ ਵੀ ਭੇਜੀ ਜਾਏ ਫੌਜ ਕੀ ਹੈ, ਤੇ ਉਸ ਦੀ ਪੋਤੀ ਜਾਂ ਕਿਸੇ ਹੋਰ ਕਲੋਜ਼ ਰਿਸ਼ਤੇਦਾਰ ਨੇ ਚਿੱਠੀ ਲਿਖੀ ਸੀ ਇੰਦਰਾ ਗਾਂਧੀ ਨੂੰ ਕਿ ਵੀ ਤੂੰ ਇਹ ਕੰਮ ਨਾ ਕਰੀ, ਜੀ, ਕਿ ਵੀ ਮੇਰੇ ਤਾਂ ਦਾਦੇ ਨੂੰ 21 ਸਾਲ ਬਾਅਦ ਆ ਕੇ ਇੰਗਲੈਂਡ ਦੇ ਵਿੱਚ ਮਾਰਿਆ ਸੀ। ਸੋ ਉਹ ਤਾਂ ਜਲਿਆਂਵਾਲਾ ਬਾਗ ਸੀ, ਉਹ ਤਾਂ ਹਰਿਮੰਦਰ ਸਾਹਿਬ ਵੀ ਨਹੀਂ ਸੀ ਜਿੱਥੇ ਉਹਨੇ ਇਹ ਕਾਰਾ ਕੀਤਾ ਸੀ। ਜੀ, ਸੋ ਬਾਕੀ ਵੀਰ ਕੁਲਦੀਪ ਸਿੰਘ ਜੀ ਨੇ ਕੇਸਰੀ ਪ੍ਰਣਾਮ ਆਪਣੇ ਯੋਧਿਆਂ ਨੂੰ ਦਿੱਤਾ। ਮੈਂ ਸਮਝਦਾ ਵੀ ਸੱਚਮੁੱਚ। ਬਾਕੀ ਅਸੀਂ ਕੱਲ ਵੇਰਵੇ ਨਾਲ ਗੱਲ ਕਰਾਂਗੇ। ਕੱਲ 31 ਅਕਤੂਬਰ ਹੈ, ਉਹ ਮਹਾਨ ਦਿਨ ਜਦੋਂ ਕਿ ਉਹਨਾਂ ਨੇ ਇਤਿਹਾਸ ਦੁਹਰਾਇਆ ਹੈ ਖਾਲਸੇ ਦਾ। ਜੀ, ਔਰ ਸੱਚਮੁੱਚ ਹੀ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਉਹਨਾਂ ਨੇ ਆਪਣਾ ਆਪ ਕੁਰਬਾਨ ਕਰਕੇ, ਆਪਣੇ ਪਰਿਵਾਰਾਂ ਦੇ ਸੁੱਖ ਆਰਾਮ ਕੁਰਬਾਨ ਕਰਕੇ, ਔਰ ਸ਼ਹੀਦ ਕੇਰ ਸਿੰਘ ਜਿਨ੍ਹਾਂ ਦਾ ਜੁਡੀਸ਼ੀਅਲ ਮਰਡਰ ਕੀਤਾ ਗਿਆ, ਉਹਨਾਂ ਦੇ ਉੱਤੇ ਇਹੀ ਚਾਰਜ ਲਾਇਆ ਕਿ ਜੀ ਉਹਨਾਂ ਨੇ ਸ਼ਹੀਦ ਬੇਅੰਤ ਸਿੰਘ ਜਿਹੜੇ ਕਿ ਉਹਨਾਂ ਦੇ ਰਿਸ਼ਤੇ 'ਚ ਭਤੀਜੇ ਲੱਗਦੇ ਸਨ, ਉਹਨਾਂ ਨੂੰ ਅੰਮ੍ਰਿਤ ਛਕਣ ਦੇ ਲਈ ਪ੍ਰੇਰਿਆ। ਸੋ ਉਹਨਾਂ ਦੀ ਜ਼ਬਾਨ 'ਚ ਇੰਡੀਅਨ ਸਿਸਟਮ ਕਿ ਜੀ ਅੰਮ੍ਰਿਤ ਛਕਣ ਤੋਂ ਬਾਅਦ ਬੇਅੰਤ ਸਿੰਘ ਦਾ ਇਰਾਦਾ ਮਜ਼ਬੂਤ ਹੋਇਆ ਬਦਲਾ ਲੈਣ ਦਾ, ਔਰ ਉਹਨੂੰ ਉਹਨਾਂ ਨੇ ਕੰਸਪੀਰੇਸੀ ਬਣਾ ਦਿੱਤਾ ਕਿ ਜਿਵੇਂ ਕਿਸੇ ਨੂੰ ਅੰਮ੍ਰਿਤ ਛਕਣ ਲਈ ਕਹਿਣਾ ਹੈ, ਮਰਡਰ ਦੀ ਕੰਸਪੀਰੇਸੀ ਹੈ। ਜੀ, ਸੋ ਬਾਕੀ ਅਸੀਂ ਵੇਰਵੇ ਨਾਲ ਫਿਰ ਗੱਲਬਾਤ ਕਰਾਂਗੇ। ਸੋ ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਹੁਣ ਵੇਲਾ ਹੋ ਗਿਆ ਬ੍ਰੇਕ ਦਾ। ਵੀਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।